ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ। ਅੱਜ ਅਸੀਂ ਡੀ ਐਂਡ ਐਫ ਬਲੌਗ ਨੂੰ ਆਪਣਾ ਕੰਟੀਨਿਊ ਕਰਾਂਗੇ। ਕੱਲ੍ਹ ਆਪਾਂ ਨੇ ਇਹਨਾਂ ਦੀ ਇੰਟਰੋਡਕਸ਼ਨ ਪੜ੍ਹੀ ਸੀ ਅਤੇ ਅੱਜ ਆਪਾਂ ਇਹਨਾਂ ਦੇ ਕੁਝ ਇੰਪੋਰਟੈਂਟ ਕੁਐਸਚਨ ਕਰਾਂਗੇ ਜੋ ਕਿ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੇ ਨੇ। ਸਭ ਤੋਂ ਪਹਿਲਾਂ ਆਪਾਂ ਡੀ ਬਲੌਕ ਦੇ ਐਲੀਮੈਂਟਸ ਦੀ ਇੱਕ ਵਾਰ ਆਪਾਂ ਰਿਵੀਜ਼ਨ ਕਰ ਲੈਂਦੇ ਹਾਂ। ਡੀ ਬਲੌਕ ਐਲੀਮੈਂਟਸ ਕਿਹੜੇ ਹੁੰਦੇ ਨੇ? ਜਿਨ੍ਹਾਂ ਦੇ ਇਲੈਕਟ੍ਰੋਨ ਲਾਸਟ ਇਲੈਕਟ੍ਰੋਨ ਡੀ ਸ਼ਬ ਸ਼ੈਲ ਦੇ ਵਿੱਚ ਹੁੰਦੇ ਨੇ। ਇਹਨਾਂ ਨੂੰ ਟ੍ਰਾਂਜੀਸ਼ਨ ਮੈਟਲ ਵੀ ਕਿਹਾ ਜਾਂਦਾ। ਟ੍ਰਾਂਜੀਸ਼ਨ ਮੈਟਲ ਇਹਨਾਂ ਨੂੰ ਕਿਉਂ ਕਿਹਾ ਜਾਂਦਾ ਆ? ਕਿਉਂਕਿ ਇਹਨਾਂ ਦੇ ਜਿਹੜੇ ਡੀ ਸ਼ਬ ਸ਼ੈਲ ਹੁੰਦੇ ਨੇ ਉਹ ਇਨਕੰਪਲੀਟ ਹੁੰਦੇ ਨੇ, ਇਹਨਾਂ ਕਰਕੇ ਇਹਨਾਂ ਨੂੰ ਟ੍ਰਾਂਜੀਸ਼ਨ ਮੈਟਲ ਵੀ ਕਿਹਾ ਜਾਂਦਾ ਆ। ਤੇ ਸਭ ਤੋਂ ਪਹਿਲਾ ਕੁਐਸਚਨ ਆਪਾਂ ਜਿਹੜਾ ਕਰਨਾ ਉਹ ਇਹ ਹੈਗਾ, ਵਾਈ ਆਰ ਜ਼ਿੰਕ ਦਾ ਸਿੰਬਲ ਕੀ ਹੁੰਦਾ? Zn। ਕੈਡਮੀਅਮ ਇਹਦਾ ਸਿੰਬਲ ਕੀ ਹੁੰਦਾ? Cd। ਐਂਡ ਮਰਕਰੀ ਦਾ ਤਾਂ ਤੁਹਾਨੂੰ ਪਤਾ ਹੋਊਗਾ, ਮਰਕਰੀ ਦਾ ਹੁੰਦਾ He। not considered as transition metals ਜਾਂ elements ਵੀ ਲਿਖ ਸਕਦੇ ਆਪਾਂ। ਤੇ ਕੁਐਸਚਨ ਦੇ ਵਿੱਚ ਕੀ ਪੁੱਛਿਆ? ਕੁਐਸਚਨ ਵਿੱਚ ਪੁੱਛਿਆ ਹੈ ਵਾਈ ਆਰ ਜ਼ਿੰਕ, ਕੈਡਮੀਅਮ ਐਂਡ ਮਰਕਰੀ ਨਾਟ ਕੰਸੀਡਰਡ ਐਜ਼ ਟ੍ਰਾਂਜੀਸ਼ਨ ਐਲੀਮੈਂਟਸ ਔਰ ਐਲੀਮੈਂਟਸ ਜਾਂ ਮੈਟਲਸ ਕਹਿ ਸਕਦੇ ਹਾਂ। ਜਿਹੜੇ ਜ਼ਿੰਕ, ਕੈਡਮੀਅਮ ਐਂਡ ਮਰਕਰੀ ਨੇ ਆਉਂਦੇ ਤਾਂ ਡੀ ਬਲੌਕ ਦੇ ਵਿੱਚ ਨੇ, ਪਰ ਇਹਨਾਂ ਨੂੰ ਟ੍ਰਾਂਜੀਸ਼ਨ ਮੈਟਲ ਨਹੀਂ ਕਿਹਾ ਜਾਂਦਾ। ਕਿਉਂ ਨਹੀਂ ਕਿਹਾ ਜਾਂਦਾ? ਟ੍ਰਾਂਜੀਸ਼ਨ ਮੈਟਲ ਦੀ ਡੈਫੀਨੇਸ਼ਨ ਕੀ ਹੁੰਦੀ ਆਪਣੇ ਕੋਲ? ਟ੍ਰਾਂਜੀਸ਼ਨ ਮੈਟਲ ਉਹ ਹੁੰਦੇ ਨੇ ਜਿਨ੍ਹਾਂ ਦੇ ਡੀ ਸ਼ਬ ਸ਼ੈਲ ਇਨਕੰਪਲੀਟ ਹੁੰਦੇ ਨੇ। ਪਰ ਜੇ ਆਪਾਂ ਇਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇਖੀਏ, ਜਿਵੇਂ ਕਿ ਜ਼ਿੰਕ ਦੀ ਹੈਗੀ ਆਪਣੇ ਕੋਲ 3d10 4s2। ਇਹ ਪਹਿਲੀ ਟ੍ਰਾਂਜੀਸ਼ਨ ਸੀਰੀਜ਼ ਦੇ ਵਿੱਚ ਹੁੰਦਾ ਆ ਤੇ ਲਾਸਟ ਹੁੰਦਾ 30 ਐਟੋਮਿਕ ਨੰਬਰ ਹੁੰਦੇ ਦਾ। ਤੇ ਜਿਹੜਾ ਕੈਡਮੀਅਮ ਹੁੰਦਾ ਇਹ ਸੈਕਿੰਡ ਦੇ ਵਿੱਚ ਹੁੰਦਾ, ਸੈਕਿੰਡ ਟ੍ਰਾਂਜੀਸ਼ਨ ਸੀਰੀਜ਼ ਦੇ ਵਿੱਚ ਹੁੰਦਾ 4s10 5s2। ਤੇ ਜਿਹੜਾ ਮਰਕਰੀ ਆ ਉਹ ਥਰਡ ਦੇ ਵਿੱਚ ਹੁੰਦਾ, ਇਹਦਾ ਹੁੰਦਾ ਆ 5d10 6s2 ਹੁੰਦਾ ਇਹਦਾ। ਇਹਨਾਂ ਦੇ ਜਿਹੜੇ ਡੀ ਸ਼ਬ ਸ਼ੈਲ ਨੇ ਉਹ ਕੰਪਲੀਟਲੀ ਫਿਲਡ ਨੇ, 10 ਹੈਗੇ ਨੇ। ਜੇ ਆਪਾਂ ਇਹਨਾਂ ਦੀ ਆਕਸੀਡੇਸ਼ਨ ਵੀ ਕੱਢੀਏ ਤਾਂ ਵੀ, ਮੰਨ ਲਓ ਆਪਾਂ ਨੇ ਕੱਢਿਆ 2 He2+, ਤਾਂ ਵੀ ਜੇ ਆਪਾਂ ਦੇਖੀਏ ਤਾਂ ਵੀ ਇਹਦੇ ਡੀ ਆਰਬਿਟਲ ਕੰਪਲੀਟਲੀ ਫਿਲਡ ਨੇ, ਜਿਨ੍ਹਾਂ ਕਰਕੇ ਇਹਨਾਂ ਨੂੰ ਟ੍ਰਾਂਜੀਸ਼ਨ ਮੈਟਲ ਨਹੀਂ ਕੰਸੀਡਰ ਕੀਤਾ ਜਾਂਦਾ ਤੇ ਇਹਨਾਂ ਕੋਲ ਕੰਪਲੀਟਲੀ ਫਿਲਡ ਹੁੰਦੇ। ਜੇ ਆਪਾਂ ਨੇ ਇਹਨਾਂ ਦਾ ਐਗਜ਼ਾਮ ਦੇ ਵਿੱਚ ਲਿਖਣਾ ਹੋਵੇ ਆਨਸਰ ਤਾਂ ਆਪਾਂ ਲਿਖਾਂਗੇ because these elements do not have partially filled d shab shell in their ਐਲੀਮੈਂਟਰੀ ਜਿਹੜੀ ਆਪਾਂ ਨੇ ਕੀਤੀ, ਜਿਹੜੀ ਸ਼ੁਰੂ ਵਾਲੇ ਹੁੰਦੇ ਇਹਨਾਂ ਦੀ ਜਿਹੜੀ ਰੀਅਲ ਇਲੈਕਟ੍ਰੋਨਿਕ ਕੰਫੀਗਰੇਸ਼ਨ ਹੁੰਦੀ ਆ ਐਲੀਮੈਂਟਰੀ ਔਰ ਆਕਸੀਡੇਸ਼ਨ ਵੀ ਮੈਂ ਤੁਹਾਨੂੰ ਕਰਕੇ ਦਿਖਾਤੀ ਸੀ। ਆਕਸੀਡੇਸ਼ਨ ਸਟੇਟ ਲਿਖਾਂਗੇ ਤੇ ਨੀਚੇ ਇਹਨਾਂ ਦੀ ਇਲੈਕਟ੍ਰੋਨਿਕ ਕੰਫੀਗਰੇਸ਼ਨ ਲਿਖ ਦਾਂਗੇ, ਕਿਉਂਕਿ ਇਹਨਾਂ ਦੇ ਕੋਲ ਡੀ ਸ਼ਬ ਸ਼ੈਲ ਕੰਪਲੀਟਲੀ ਫਿਲਡ ਹੁੰਦੇ ਨੇ, ਜਿਸ ਕਰਕੇ ਇਹਨਾਂ ਨੂੰ ਟ੍ਰਾਂਜੀਸ਼ਨ ਮੈਟਲਸ ਨਹੀਂ ਕੰਸੀਡਰ ਕੀਤਾ ਜਾਂਦਾ। ਟ੍ਰਾਂਜੀਸ਼ਨ ਮੈਟਲਸ ਕਿਹੜੇ ਹੁੰਦੇ ਨੇ? ਜਿਨ੍ਹਾਂ ਦੇ ਡੀ ਸ਼ਬ ਸ਼ੈਲ ਇਨਕੰਪਲੀਟ ਹੁੰਦੇ ਨੇ, ਇਹਨਾਂ ਨੂੰ
ट्रांजिशन मैटल कंसीडर किया जाता। नैक्सट अपने को की आ सकता है वट आर coinage metals। वैसे 1 मार्क्स के क्वेश्चन च पूछा जा सकता ਆਪਾਂ ਕੋਲ ਵਟ ਆਰ coinage metals। coinage metals ਕਿਹੜੇ ਹੁੰਦੇ ਜਿਨ੍ਹਾਂ ਤੋਂ ਆਪਾਂ coin ਬਣਦੇ ਨੇ। coin ਕਿਸ ਦੇ ਹੁੰਦੇ ਨੇ? ਗੋਲਡ ਦੇ ਵੀ coin ਹੁੰਦੇ ਨੇ, ਸਿਲਵਰ ਦੇ ਵੀ ਹੁੰਦੇ ਨੇ ਐਂਡ ਕਾਪਰ ਦੇ ਵੀ ਹੁੰਦੇ ਨੇ। ਇਹ coinage metals ਹੁੰਦੇ ਨੇ। ਜੇ ਤੁਹਾਨੂੰ 1 ਮਾਰਕਸ ਚ ਪੁੱਛਿਆ ਜਾਂਦਾ ਤਾਂ ਤੁਸੀਂ ਇਹ ਲਿਖ ਸਕਦੇ ਹੋ। अपना अगला क्वेश्चन केड़ा है? अगला क्वेश्चन आप को आ सकता कॉपर एजी एंड गोल्ड हैव completely filled d orbitals in its ground state। but these are considered transition metals एलिमेंट्स भी लिखा हो सकता। वाई इन्हें अपन क्वेश्चन च पूछा कापर गोल्ड एंड सिल्वर इन्हां दी जिहड़ी ग्राउंड स्टेट दी इलैक्ट्रॉनिक कंफिगरेशन होंदी है कंप्लीटली फिल्ड होंदी है। तां जे कंप्लीटली फिल्ड होंदी है इन्हां नूं तां भी आपां ट्रांजिशन मैटल्स कंसीडर करदे आ। एवें क्यों हुंदा है? इस तरह हुंदा है ਜਿਹੜੀ ਇਹਨਾਂ ਦੀ ग्राउंड स्टेट वाली ਹੁੰਦੀ है ग्राउंड स्टेट कॉपर ਦੀ ਆਪਾਂ ਲੈ ਲੈਂਦੇ ਹਾਂ। कॉपर ਦੀ ਹੁੰਦੀ ਆ 3d10 4s1। गोल्ड ਦੀ ਹੁੰਦੀ ਹੈ ग्राउंड स्टेट ਦੀ ਲੈਣੀ ਆ ਆਕਸੀਡੇਸ਼ਨ ਵਾਲੀ ਨਹੀਂ ਲੈਣੀ। ਇਹਦੀ ਹੁੰਦੀ ਆ 4d10 5s1 6s1। इन्हां दी तो हो गई पर इन्हों तां भी आपां ट्रांजिशन मैटल्स कंसीडर करते हैं। क्यों? इन्हां दी जिहड़ी ऑक्सीडेशन स्टेट हुंदी है आपां ऑक्सीडेशन स्टेट लै लैंदे हां। ऑक्सीडेशन स्टेट लै ली तां 2+ लै लै तां इहदे विच गया एक इलैक्ट्रॉन इहदे विच गया तां इन्हां दी रह गई 3d1। एवें इहदी भी रह गई 3d1 3d9 ਇਹਦੀ भी रह गई 3d9। ਹੁਣ ਜਿਹੜੀ ਇਹਨਾਂ ਦੀ ਇਲੈਕਟ੍ਰੋਨਿਕ ਕੰਫੀਗਰੇਸ਼ਨ ਆ ਇਹ ਹੈਗੀ ਆ ਇਨਕੰਪਲੀਟ। ਸੋ ਲੈਟ ਇਹਨਾਂ ਨੂੰ ਆਪਾਂ ट्रांजिशन मैटल कंसीडर करते हैं क्योंकि इन्हां दी ऑक्सीडेशन स्टेट ਦੇ ਵਿੱਚ ਜੇ ਆਪਾਂ ਇਹਨਾਂ ਦੀ ऑक्सीडेशन स्टेट ਕਰਦੇ ਹਾਂ ਤਾਂ ਇਹਨਾਂ ਦੀ इनकंप्लीट ਹੁੰਦੀ ਹੈ इनकंप्लीट इलैक्ट्रॉनिक कंफीग्रेशन रह जाती है। नैक्सट क्वेश्चन अपने को हुंदा मोस्ट इंपॉर्टेंट आ कई बार पूछा जाता। गिव रीजन फॉर द फैक्ट ट्रांजिशन metals have high enthalpy of
ਇਹਦੇ ਵਿੱਚ ਆਪਾਂ ਨੂੰ ਕੀ ਪੁੱਛਿਆ ਹੈ, ਗਿਵ ਰੀਜ਼ਨ ਫॉर द फैक्ट ट्रांजिशन मैटल्स हैव हाई एंथैल्पी ऑफ ऑटोमाइजेशन। ਇਹਦੇ ਵਿੱਚ ਪੁੱਛਿਆ ਵੀ ਜਿਹੜੇ ਟ੍ਰਾਂਜੀਸ਼ਨ ਮੈਟਲ ਹੁੰਦੇ ਨੇ ਇਹਨਾਂ ਦੀ ਐਂਥੈਲਪੀ ਹਾਈ ਕਿਉਂ ਹੁੰਦੀ ਹੈ ਆਟੋਮਾਈਜੇਸ਼ਨ। ਜਿਵੇਂ ਵੀ ਕੋਈ ਵੀ ਆਪਾਂ ਕੋਲ ਟ੍ਰਾਂਜੀਸ਼ਨ ਮੈਟਲ ਹੈਗਾ, ਲੈਟ ਕਰ ਲਓ ਜਿਵੇਂ ਆਪਾਂ ਕੋਲ ਆਇਰਨ ਆ ਤਾਂ ਉਹ ਕੋਈ ਜੁੜਿਆ ਹੋਇਆ ਆ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਟੋਮਾਈਜੇਸ਼ਨ ਵਾਲੀ ਐਂਥੈਲਪੀ ਆਫ ਆਟੋਮਾਈਜੇਸ਼ਨ ਕਿਹਨੂੰ ਕਹਿੰਦੇ ਆ। ਐਂਥੈਲਪੀ ਆਫ ਆਟੋਮਾਈਜੇਸ਼ਨ ਉਹ ਹੁੰਦੀ ਆ ਜਿਵੇਂ ਕੋਈ ਵੀ ਕੰਪਾਊਂਡ, ਜਿਵੇਂ ਕੋਈ ਆਪਣੇ ਕੋਲ ਐਲੀਮੈਂਟ ਆ ਉਹ ਜੁੜਿਆ ਹੋਇਆ, ਉਹਨੂੰ ਅਲੱਗ ਕਰਨ 'ਚ ਇੱਕ ਐਲੀਮੈਂਟ ਕਰਨ ਦੇ ਵਿੱਚ ਕਿੰਨੀ ਐਨਰਜੀ ਲੱਗਦੀ ਆ, ਉਹਨੂੰ ਆਪਾਂ ਐਂਥੈਲਪੀ ਆਫ ਆਟੋਮਾਈਜੇਸ਼ਨ ਕਹਿੰਦੇ ਆ। ਤੇ ਇਹਦੇ ਵਿੱਚ ਕਿਉਂ ਹੁੰਦਾ, ਆਪਾਂ ਕੋਲ ਕੋਈ ਵੀ ਆਪਾਂ ਟ੍ਰਾਂਜੀਸ਼ਨ ਮੈਟਲ ਲੈ ਲਓ, ਆਪਾਂ ਆਇਰਨ ਲੈ ਸਕਦੇ ਹਾਂ, ਉਹ ਕਈ ਆਇਰਨ ਜੁੜੇ ਹੋਏ ਨੇ। ਤੇ ਆਪਾਂ ਨੇ ਇਹਨੂੰ ਇੱਕ ਕਰਨਾ, ਇੱਕ ਐਲੀਮੈਂਟ ਬਣਾਉਣਾ ਆ, ਇੱਕ ਐਲੀਮੈਂਟ ਬਣਾਉਣਾ ਤਾਂ ਇਹਨੂੰ ਇੱਕ ਐਲੀਮੈਂਟ ਵਿੱਚ ਤੋੜਨ ਦੇ ਵਿੱਚ ਇਹਨੂੰ ਕਿੰਨੀ ਐਨਰਜੀ ਲੱਗੂਗੀ, ਉਹਨੂੰ ਆਪਾਂ ਐਨਰਜੀ ਆਫ ਆਟੋਮਾਈਜੇਸ਼ਨ ਕਹਿੰਦੇ ਆ। ਤੇ ਐਵੇਂ ਕਿਉਂ ਹੁੰਦਾ, ਕਿਉਂਕਿ ਜਿਹੜੇ ਟ੍ਰਾਂਜੀਸ਼ਨ ਮੈਟਲ ਹੁੰਦੇ ਨੇ, ਜਿਹੜੇ ਟ੍ਰਾਂਜੀਸ਼ਨ ਮੈਟਲ ਹੁੰਦੇ ਨੇ ਨਾ, ਜਿਹੜੇ ਡੀ ਆਰਬਿਟਲ ਹੁੰਦੇ ਨੇ ਇਨਕੰਪਲੀਟ ਹੁੰਦੇ ਨੇ, ਜਿਵੇਂ ਇਹਦੇ ਹੁੰਦੇ ਨੇ ਆ ਦੂਸਰਾ ਲੈ ਲੈਂਦੇ, ਦੂਸਰਾ ਐਲੀਮੈਂਟ ਹੋ ਗਿਆ। ਜੇ ਇਹਨਾਂ ਦੇ ਡੀ ਸ਼ੇਪ ਸ਼ੈਲ ਹੋ ਗਏ, ਡੀ ਸ਼ੇਪ ਸ਼ੈਲ ਹੁੰਦੇ ਨੇ ਇਨਕੰਪਲੀਟ ਹੁੰਦੇ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਓਵਰਲੈਪ ਹੋ ਜਾਂਦੇ ਹੁੰਦੇ ਨੇ, ਇੱਦਾਂ ਓਵਰਲੈਪਿੰਗ ਕਰ ਲੈਂਦੇ ਹੁੰਦੇ। ਜਿਹੜੀ ਇਹ ਓਵਰਲੈਪਿੰਗ ਹੁੰਦੀ ਹੈ ਇਹ ਬਹੁਤ ਹੀ ਸਟਰੋਂਗ ਹੁੰਦੀ ਹੈ, ਤੇ ਜਿਹੜੀ ਇਹਨਾਂ ਦੀ ਓਵਰਲੈਪਿੰਗ ਹੁੰਦੀ ਹੈ ਇਹਨੂੰ ਆਪਾਂ ਡੀ ਓਵਰਲੈਪਿੰਗ ਕਹਿੰਦੇ ਆ। ਤੇ ਜੇ ਤੁਸੀਂ ਇਹਦਾ ਆਂਸਰ ਲਿਖਣਾ ਤਾਂ ਜਿਹੜਾ ਡੀ ਓਵਰਲੈਪਿੰਗ ਆ ਇਹ ਆਂਸਰ ਦੇ ਵਿੱਚ ਲਿਖਣਾ, ਕਿਉਂਕਿ ਇਹੀ ਕੰਸੈਪਟ ਇਹਦੇ ਉੱਪਰ ਲੱਗਦਾ ਆ। ਤੇ ਆਪਾਂ ਇਹਦੇ ਵਿੱਚ ਹੋਰ ਕੀ ਕੁਛ ਲਿਖ ਸਕਦੇ ਹਾਂ, ਮੈਂ ਤੁਹਾਨੂੰ ਦੱਸਦੀ ਹਾਂ। ਇਹਦੇ ਵਿੱਚ ਆਪਾਂ ਲਿਖ ਸਕਦੇ ਹਾਂ ਜਿਹੜੇ ਇੰਟਰ ਐਟੋਮਿਕ ਫੋਰਸਿਸ ਹੁੰਦੀਆਂ ਨੇ ਵੈਰੀ ਉਹ ਹੁੰਦੇ ਨੇ, ਇੱਕ ਤਾਂ ਇਹਨਾਂ ਦਾ ਜਿਹੜਾ ਸਾਈਜ਼ ਹੁੰਦਾ ਉਹ ਸਮਾਲ ਹੁੰਦਾ ਆ, ਤੇ ਜਿਹਦੇ ਕਰਕੇ ਇਹਨਾਂ ਦੀ ਇੰਟਰ ਐਟੋਮਿਕ ਇੰਟਰੈਕਸ਼ਨਸ ਜ਼ਿਆਦਾ ਹੁੰਦੀਆਂ ਨੇ। ਤੇ ਨਾਲ ਇਹ ਲਿਖਣਾ ਆ ਪ੍ਰੈਜ਼ੈਂਸ ਆਫ ਅਨਪੇਅਰਡ, ਇਹਨਾਂ ਕੋਲ ਅਨਪੇਅਰਡ ਇਲੈਕਟ੍ਰੋਨ ਹੁੰਦੇ ਨੇ। ਐਂਡ ਕਾਜ਼ ਆਫ ਡੀ ਓਵਰਲੈਪਿੰਗ, ਜਿਹੜਾ ਕਾਜ਼ ਆਫ ਡੀ ਓਵਰਲੈਪਿੰਗ ਵਾਲਾ ਬਹੁਤ ਇੰਪੋਰਟੈਂਟ ਆ, ਇਹਦੇ ਕਰਕੇ ਲਿਖਣਾ। ਸੋ ਤੁਸੀਂ ਥੱਲੇ ਐਗਜ਼ਾਮਪਲ ਦੇ ਕੇ ਵੀ ਦੱਸ ਸਕਦੇ ਹੋ, ਇਹਦੇ ਨਾਲ ਥੋੜ੍ਹਾ ਜਿਹਾ ਐਗਜ਼ਾਮੀਨਰ ਦੇ ਉੱਪਰ ਇੰਪਰੈਸ਼ਨ ਪੈਂਦਾ ਆ। ਨੈਕਸਟ ਕੁਐਸਚਨ ਆਪਣਾ ਕਿਹੜਾ ਹੁੰਦਾ, ਨੈਕਸਟ ਕੁਐਸਚਨ ਹੈਗਾ ट्रांजिशन elements have high melting and boiling points। ਇਹਦੇ ਵਿੱਚ ਆਪਾਂ ਤੋਂ ਪੁੱਛਿਆ ਜਿਹੜੇ ਟ੍ਰਾਂਜੀਸ਼ਨ ਮੈਟਲ ਹੁੰਦੇ ਨੇ ਇਹਨਾਂ ਦੇ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ ਕਿਉਂ ਹੁੰਦੇ ਨੇ। ਇਹਨਾਂ ਦੇ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ ਇਸ ਕਰਕੇ ਹੁੰਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਡੀ ਓਵਰਲੈਪਿੰਗ ਹੁੰਦੀ ਆ। ਇਹ ਪਿਛਲਾ ਹੀ ਕੰਸੈਪਟ ਹੈ, ਜਿਵੇਂ ਕਿ ਆਪਾਂ ਆਇਰਨ ਨੇ ਮੰਨ ਲੈਂਦੇ ਹਾਂ, ਦੂਸਰਾ ਇਹਨਾਂ ਦੇ ਕੰਬਾਈਨ ਹੋਏ ਨੇ। ਇਹਨਾਂ ਦੇ ਵਿੱਚ ਜਿਹੜੀ ਓਵਰਲੈਪਿੰਗ ਹੁੰਦੀ ਆ ਸਟਰੋਂਗ ਹੁੰਦੀ ਆ, ਤੇ ਇਹਨੂੰ ਆਪਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇਹਨੂੰ ਡੀ ਓਵਰਲੈਪਿੰਗ
ਓਵਰਲੈਪਿੰਗ ਕਿਹਾ ਜਾਂਦਾ ਹੈ। ਜਿੰਨੀ ਇਹਨਾਂ ਕੋਲ ਅਨਪੇਅਰਡ, ਇਹਦੇ ਵਿੱਚ ਵੀ ਉਹੀ ਕੰਸੈਪਟ ਲਿਖਣਾ ਆਪਾਂ ਨੇ। ਕੀ ਲਿਖਣਾ ਇਹਦੇ ਵਿੱਚ ਆਪਣੇ, ਇਹਦੇ ਵਿੱਚ ਲਿਖਣਾ ਆ greater the number of unpaired electrons। ਡੀ ਜਿਹੜੇ ਡੀ ਸ਼ਿਫਟ ਸੈੱਲ ਦੇ ਵਿੱਚ ਹੁੰਦੇ ਨੇ ਉਹਦੇ ਵਿੱਚ ਜਿੰਨੇ ਜ਼ਿਆਦਾ ਅਨਪੇਅਰਡ ਇਲੈਕਟ੍ਰੋਨ ਹੋਣਗੇ ਉਨੀ ਜ਼ਿਆਦਾ ਓਵਰਲੈਪਿੰਗ ਹੋਣਗੀ, ਤੇ ਇਹਨਾਂ ਦੇ ਜਿਹੜੇ ਬੌਂਡ ਨੇ ਉਹ ਸਟਰੋਂਗ ਹੋਣਗੇ, ਤੇ ਇਹਨਾਂ ਦੇ ਜਿਹੜੇ ਬੌਂਡਸ ਦੀ ਸਟਰੈਂਥ ਹੋਊਗੀ ਉਹ ਵੀ ਜ਼ਿਆਦਾ ਹਾਈ ਹੋਊਗੀ, ਜਿਹਦੇ ਕਰਕੇ ਇਹਨਾਂ ਨੂੰ ਤੋੜਨਾ ਜਾਂ ਇਹਨਾਂ ਨੂੰ ਮਤਲਬ ਕਿ ਮੈਲਟ ਹੋਣ ਦੇ ਵਿੱਚ ਜ਼ਿਆਦਾ ਟਾਈਮ ਲੱਗੂਗਾ। ਜਿਵੇਂ ਕਿ ਜਿਹੜਾ ਆਇਰਨ ਦਾ ਮੈਲਟਿੰਗ ਪੁਆਇੰਟ ਆ ਉਹ ਹੁੰਦਾ 1538, ਜਾਂ ਆਪਾਂ ਕਹਿ ਸਕਦੇ ਹਾਂ 1538 ਡਿਗਰੀ ਸੈਲਸੀਅਸ ਹੁੰਦਾ। ਤਾਂ ਤੁਸੀਂ ਇਹਦੀ ਐਗਜ਼ਾਮਪਲ ਵੀ ਦੇ ਸਕਦੇ ਹੋ। ਤਾਂ ਆਪਣਾ ਨੈਕਸਟ ਕੁਐਸਚਨ ਐਂਡ ਇਹ ਲੈਕਚਰ ਦਾ ਆਖਰੀ ਕੁਐਸਚਨ ਹੈਗਾ ਆਪਣਾ, ਇਹ ਵੀ ਰਿਲੇਟਡ ਆ। the melting point and boiling point of zinc, cadmium and mercury are low. Why? क्वेश्चन ਦੇ ਵਿੱਚ ਕਿਹਾ the melting points of and boiling point zinc, cadmium and mercury are low. Why? ਇਹਨਾਂ ਦਾ ਜਿਹੜਾ ਮਤਲਬ ਕਿ boiling point ਦਾ melting point ਹੁੰਦਾ ਇਹਨਾਂ ਦਾ low ਹੁੰਦਾ ਆ। ਕਿਉਂ low ਕਿਉਂ ਹੁੰਦਾ ਇਹ ਆਪਾਂ ਨੇ ਦੱਸਣਾ ਆ। ਜਿਹੜੇ ਆ ਵਾਲੇ ਮੈਟਲਸ ਨੇ ਇਹਨਾਂ ਨੂੰ ਆਪਾਂ ਟ੍ਰਾਂਜਿਸ਼ਨ ਮੈਟਲ ਵੀ ਨਹੀਂ ਕੰਸੀਡਰ ਕਰਦੇ ਹੈਗੇ, ਕਿਉਂਕਿ ਇਹਨਾਂ ਕੋਲ ਕੰਪਲੀਟ ਡੀ ਆਰਬਿਟਲ ਹੁੰਦੇ ਨੇ। ਤੇ ਜੇ ਇਹਨਾਂ ਕੋਲ ਇਨਕੰਪਲੀਟ ਡੀ ਸ਼ਿਫਟ ਸੈੱਲ ਦੇ ਵਿੱਚ ਇਲੈਕਟ੍ਰੋਨਸ ਹੁੰਦੇ ਤਾਂ ਇਹਨਾਂ ਨੂੰ ਆਪਾਂ ਟ੍ਰਾਂਜਿਸ਼ਨ ਮੈਟਲਸ ਕੰਸੀਡਰ ਕਰਦੇ। ਤਾਂ ਮੈਂ ਤੁਹਾਡੀ ਪਹਿਲਾਂ ਵਾਲੇ ਕੁਐਸਚਨ ਦੀ ਵੀ ਰਿਵੀਜ਼ਨ ਕਰਵਾਤੀ। ਇਹਨਾਂ ਨੂੰ ਕਿਉਂ ਨਹੀਂ ਕਰਦੇ ਹੈਗੇ, ਕਿਉਂਕਿ ਇਹਨਾਂ ਕੋਲ ਇੱਕ ਤਾਂ ਹੈਗਾ ਇਹਨਾਂ ਕੋਲ ਹੈਵ ਨੋ unpaired electrons in d shaped shell। ਤੇ ਜੇ ਇਹਨਾਂ ਕੋਲ ਅਨਪੇਅਰਡ ਇਲੈਕਟ੍ਰੋਨਸ ਇਨ ਡੀ ਸ਼ਿਫਟ ਸੈੱਲ ਵਿੱਚ ਨਾ ਹੋਣ ਤਾਂ ਇਹਨਾਂ ਦੇ ਵਿੱਚ ਡੀ ਓਵਰਲੈਪਿੰਗ ਨਹੀਂ ਹੋ ਸਕਦੀ ਹੈਗੀ। ਤੇ ਜੇ ਇਹਨਾਂ ਵਿੱਚ ਡੀ ਓਵਰਲੈਪਿੰਗ ਨਹੀਂ ਹੋਊਗੀ ਤੇ ਇਹਨਾਂ ਦੇ ਇੰਟਰੈਕਸ਼ਨਸ ਮੈਟਲ ਦੀਆਂ ਇੰਟਰੈਕਸ਼ਨਸ ਆਰ ਵੀਕ। ਤਾਂ ਕਰਕੇ ਇਹਨਾਂ ਦੇ ਵਿੱਚ ਜਿਹੜੇ ਇੰਟਰੈਕਸ਼ਨਸ ਵੀਕ ਹੋਣਗੇ, ਤਾਂ ਕਰਕੇ ਇਹਨਾਂ ਦੇ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ ਲੈਸ ਹੋਣਗੇ। ਜੇ ਤੁਹਾਨੂੰ ਹੋਰ ਵੀ ਆ ਸਕਦਾ ਆ ਬਣ ਕੇ, ਕਿਵੇਂ ਆ ਸਕਦਾ ਜਿਹੜਾ ਮੈਂ ਤੁਹਾਨੂੰ ਇਹਦਾ ਕੁਐਸਚਨ ਇਹ ਵੀ ਬਣ ਕੇ ਆ ਸਕਦਾ mercury is liquid at room temperature। ਇਹਦੇ ਵਿੱਚ ਵੀ ਆਪਾਂ ਨੇ ਇਹੀ ਕੰਸੈਪਟ ਲਿਖਣਾ। ਤੇ ਤੁਹਾਨੂੰ ਵੈਸੇ ਸਾਰਿਆਂ ਨੂੰ ਪਤਾ ਹੀ ਹੋਊਗਾ ਜਿਹੜੀ ਮਰਕਰੀ ਹੁੰਦੀ ਰੂਮ ਟੈਂਪਰੇਚਰ ਤੇ ਲਿਕੁਇਡ ਦੇ ਵਿੱਚ ਹੁੰਦੀ ਆ। ਤੇ ਇਹਦਾ ਜਿਹੜਾ ਇਹਦਾ ਮੈਲਟਿੰਗ ਪੁਆਇੰਟ ਹੁੰਦਾ ਆ, ਆਪਾਂ ਇਹ ਵੀ ਲਿਖ ਸਕਦੇ ਮੈਲਟਿੰਗ ਪੁਆਇੰਟ ਆਫ ਮਰਕਰੀ ਕਿੰਨਾ ਹੁੰਦਾ -38 ਡਿਗਰੀ ਸੈਲਸੀਅਸ। ਤੇ ਆਪਣਾ ਅੱਜ ਦਾ ਲੈਕਚਰ ਇੱਥੇ ਹੀ ਖਤਮ ਹੁੰਦਾ। ਅੱਜ ਮੈਂ ਤੁਹਾਨੂੰ ਇੰਪੋਰਟੈਂਟ ਕੁਐਸਚਨ ਕਰਵਾਏ ਸੀ, ਤੇ ਅਗਲੇ ਦਿਨ ਆਪਾਂ ਇਹ ਤੋਂ ਵੀ ਮੋਸਟ ਇੰਪੋਰਟੈਂਟ ਕੁਐਸਚਨ ਕਰਾਂਗੇ ਜੋ ਕਿ ਆਪਣੇ 3 ਮਾਰਕਸ ਦੇ ਵਿੱਚ ਆ ਸਕਦੇ ਨੇ। ਤੇ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ, ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਥੈਂਕ ਯੂ।